ਨੈਸ਼ਨਲ ਡੇ ਆਫ ਰਿਮੈਂਬਰੈਂਸ ਫਾਰ ਵਿਕਟਿਮਸ ਆਫ ਟੈਰਰਿਜ਼ਮ ਦੇ ਮੌਕੇ ਟੋਰਾਂਟੋ ਦੇ ਵਿੱਚ 에ਅਰ ਇੰਡੀਆ ਵਿਕਟਿਮਸ ਫੈਮਿਲੀ ਐਸੋਸੀਏਸ਼ਨ ਦੇ ਵੱਲੋਂ ਇੱਕ ਵਿਸ਼ੇਸ਼ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਵਿੱਚ ਪੀੜਤ ਪਰਿਵਾਰਾਂ, ਭਾਈਚਾਰਕ ਆਗੂਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕਰਕੇ ਅੱਤਵਾਦ ਦੇ ਖਿਲਾਫ ਇਕਜੁੱਟ ਰਹਿਣ ਦਾ ਸੁਨੇਹਾ ਦਿੱਤਾ। ਮੇਰੀ ਛੋਟੀ ਬਹਿਨ ਇਹ ਹੈ ਟੋਰਾਂਟੋ ਵਿੱਚ ਬਣਿਆ 에ਅਰ ਇੰਡੀਆ ਫਲਾਈਟ 182 ਦਾ ਮੈਮੋਰੀਅਲ, ਜਿੱਥੇ ਨੈਸ਼ਨਲ ਡੇ ਆਫ ਰਿਮੈਂਬਰੈਂਸ ਫਾਰ ਵਿਕਟਿਮਸ ਆਫ ਟੈਰਰਿਜ਼ਮ ਦੇ ਮੌਕੇ ਤੇ ਉਹਨਾਂ ਵਿਕਟਿਮਸ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ ਸੀ। ਇਸ ਹਾਦਸੇ ਨੇ ਨਾ ਸਿਰਫ ਕੈਨੇਡਾ, ਇੰਡੀਆ ਬਲਕਿ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹਵਾਈ ਹਾਦਸਿਆਂ ਦੇ ਅੱਤਵਾਦੀ ਹਾਦਸਿਆਂ ਵਿੱਚੋਂ ਇਸ ਨੂੰ ਸਭ ਤੋਂ ਘਾਤਕ ਮੰਨਿਆ ਗਿਆ ਤੇ ਅੱਜ ਇੱਥੇ 329 ਵਿਕਟਿਮਸ ਨੂੰ ਯਾਦ ਕੀਤਾ ਗਿਆ। ਰਾਮ ਰਹੀਮ ਰਾਮ ਰਹੀਮ ਅੱਤਵਾਦ ਦੇ ਸਭ ਤੋਂ ਦਰਦਨਾਕ ਅਧਿਆਇ ਵਿੱਚੋਂ ਇੱਕ ਹੈ 에ਅਰ ਇੰਡੀਆ ਫਲਾਈਟ 182 ਬੰਬਿੰਗ, ਜਿਸ ਦੇ ਪੀੜਤਾਂ ਨੂੰ ਟੋਰਾਂਟੋ ਵਿੱਚ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ। ਰਾਸ਼ਟਰੀ ਅੱਤਵਾਦ ਪੀੜਤ ਯਾਦਗਾਰ ਦਿਵਸ ਮੌਕੇ ਆਯੋਜਿਤ ਸਮਾਗਮ ਵਿੱਚ 329 ਬੇਕਸੂਰ ਲੋਕਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ 1985 ਵਿੱਚ ਹੋਏ ਇਸ ਭਿਆਨਕ ਅੱਤਵਾਦੀ ਹਮਲੇ ਵਿੱਚ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ। ਸਮਾਗਮ ਵਿੱਚ ਪੀੜਤ ਪਰਿਵਾਰਾਂ, ਭਾਈਚਾਰਕ ਆਗੂਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕਰਕੇ ਅੱਤਵਾਦ ਖਿਲਾਫ ਇਕਜੁੱਟ ਰਹਿਣ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਮੌਨ ਧਾਰਨ ਕਰਕੇ ਪੀੜਤਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ। ਭਾਰਤ ਦੇ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਮਹਾਵੀਰ ਸਿੰਘਵੀ ਵੀ ਇਸ ਮੌਕੇ ਮੌਜੂਦ ਰਹੇ। ਉਹਨਾਂ ਦੇ ਨਾਲ ਸੈਕਟਰੀ ਆਫ ਸਟੇਟ ਫਾਰ ਕੰਬੈਟਿੰਗ ਕ੍ਰਾਈਮ ਰੂਬੀ ਸਹੋਤਾ, ਐਮਪੀਜ਼, ਭਾਈਚਾਰਕ ਆਗੂ, ਪੀੜਿਤ ਪਰਿਵਾਰਾਂ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਰੂਬੀ ਜੀ, ਇਸ ਇਨਸੀਡੈਂਟ ਦੀ ਗੱਲ ਕਰੀਏ ਤਾਂ ਇਸ ਇਨਸੀਡੈਂਟ ਨੇ ਨਾ ਸਿਰਫ ਕੈਨੇਡਾ, ਇੰਡੀਆ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੋ ਅੱਜ ਇੱਥੇ ਜਦੋਂ ਮੈਮੋਰੀਅਲ ਡੇ ਤੇ ਅਸੀਂ ਉਹਨਾਂ ਵਿਕਟਿਮਸ ਨੂੰ ਯਾਦ ਕਰ ਰਹੇ ਹਾਂ, ਵਾਟ ਇਜ਼ ਯੋਰ ਮੈਸੇਜ? ਇਹ ਅੱਜ ਦਿਨ ਫੈਮਲੀਜ਼ ਦੇ ਨਾਲ ਸੋਲੀਡੈਰਿਟੀ ਸ਼ੋ ਕਰਨ ਦਾ ਹੈਗਾ ਆ। 41 years ਹੋ ਗਏ ਹੈਗੇ ਨੇ ਇਸ ਇਨਸੀਡੈਂਟ ਨੂੰ, ਐਂਡ ਆਈ ਰਿਮੈਂਬਰ ਇਟ ਵੈਨ ਆਈ ਵਾਜ਼ ਅ ਚਾਈਲਡ। ਜਦੋਂ ਨਿਊਜ਼ ਆ ਰਹੀ ਸੀ ਇਸ ਇਨਸੀਡੈਂਟ ਬਾਰੇ, ਯੂ ਰਾਈਟ, ਇਟਸ ਸਮਥਿੰਗ ਦੈਟ ਸ਼ੁਕ ਐਂਡ ਚੇਂਜਡ ਕੈਨੇਡਾ ਫੋਰਐਵਰ। ਐਂਡ ਮੈਂ ਭਾਵੇਂ ਇਸ ਲਾਸ ਦੇ ਥਰੂ ਇਹਨਾਂ ਫੈਮਲੀਜ਼ ਨੇ ਕਰੇਜ ਬਹੁਤ ਦਿਖਾਈ ਹੈਗੀ ਆ, ਉਸ ਦੇ ਥਰੂ ਬਹੁਤ ਚੇਂਜਸ ਵੀ ਬਣੇ ਹੈਗੇ ਨੇ ਆਪਣੀ ਏਵੀਏਸ਼ਨ ਪਾਲਿਸੀ ਨੂੰ ਲੈ ਕੇ, our counter-terrorism initiatives as well. And so ਮੈਂ ਅੱਜ ਦੇ ਦਿਨ I think ਇਸ ਲਈ ਆਈ ਹੈਗੀ ਆ ਕਿਉਂਕਿ ਆਪਾਂ ਨੂੰ ਕਦੇ ਵੀ ਇਸ ਦਿਨ ਨੂੰ, ਇਸ ਟ੍ਰੈਜੇਡੀ ਨੂੰ ਭੁੱਲਣਾ ਨਹੀਂ ਚਾਹੀਦਾ, ਐਂਡ ਜਿਹੜੇ ਵਿਕਟਿਮਸ ਹੈਗੇ ਨੇ ਉਹਨਾਂ ਨੂੰ ਕਦੇ ਵੀ ਫੋਰਗੇਟ ਕਰਨਾ ਨਹੀਂ ਚਾਹੀਦਾ। So I think it's very, very important that community members show up to be here, to recognize and memorialize all the lives lost in this tragic incident. Being Secretary of State for Combating Crime, ਜਦੋਂ ਤੁਸੀਂ ਇਹਨਾਂ ਪਰਿਵਾਰਾਂ ਨੂੰ ਮਿਲਦੇ ਹੋ ਜਿਨ੍ਹਾਂ ਨੇ ਆਪਣੇ ਲਵਡ ਵਨਸ ਨੂੰ ਖੋਇਆ ਹੈ, ਤੇ ਅਸੀਂ ਦੁਨੀਆ ਵੱਲ ਦੇਖੀਏ ਤੇ ਇੱਕ ਅੱਤਵਾਦ ਦੇ ਖਿਲਾਫ ਇੱਕ ਲੜਾਈ ਚੱਲ ਰਹੀ ਹੈ, ਨਾ ਸਿਰਫ ਕੈਨੇਡਾ ਦੀ ਬਲਕਿ ਪੂਰੀ ਦੁਨੀਆ ਦੀ, ਉਹਦੇ ਤੇ ਕੀ ਕਹਿਣਾ ਚਾਹੁੰਦੇ? Anji, I think it's important that we continue to lead and remind people, even in jo countering hate da se act pass kita hega ya hun pichle week hi parliament de through, that we continue to work at all levels of government apni country de vich inclusion and diversity nu promote karn lai, but also more severe issues than that jo apne different groups ਦੇ ਵਿੱਚ ਜਦੋਂ extremism ਵੱਧਦਾ ਹੈਗਾ ਆ, to make sure that we're countering that extremism, recognizing it. ਕੱਲ੍ਹ ਦਾ ਜੋ incident Montreal ਦੇ ਵਿੱਚ ਵੀ ਹੋਇਆ ਹੈਗਾ ਆ, that's another form of extremism as well. And ਬਾਕੀ ਹੁਣ reports ਨਿਕਲਦੀਆਂ ਹੈਗੀਆਂ ਨੇ ਉਸ incident ਦਾ ਵੀ investigation ਹੋ ਰਹੀ ਆ. There's different types and it results in lives lost. And so I'm
would like to say that in my role, I'm trying to work very tirelessly to make sure that whatever the federal government can do, we put in place to make sure nothing like this ever happens again. इस घटना की बात करें तो 4 दशक से ज़्यादा का समय बीत चुका है इस घटना को। इट्स अ ब्लैक मार्क इन द हिस्ट्री ऑफ कनाडा। पर आतंकवाद के खिलाफ एक जो लड़ाई चल रही है विश्व में, उसमें आज हम नेशनल डे ऑफ रिमेम्बरेंस पे क्या मैसेज देना चाहेंगे आप? मैसेज यही देना चाहता हूँ मैं भारत सरकार की ओर से और कॉन्सुलेट जनरल ऑफ इंडिया की ओर से कि हम सबको यूनाइटेड होके इस स्कर्च का सामना करना चाहिए। टेररिज्म जो है वो कभी सफल नहीं हो सकता अगर हम यूनाइटेड रहें। तो मैं यही कहूँगा कि वी शुड फाइट इट टुगेदर। वी कंडेम टेररिज्म इन ऑल इट्स फॉर्म्स एंड मैनिफेस्टेशन। वी शुड रिमेन यूनाइटेड। वी शुड try to spread love, affection, and only that way I think we can, at the end of it, we can defeat terrorism. So I would say that on this day, we are reminded that we need to be united, and every country needs to take collective steps. The United Nations, all the countries, they need to recognize this fact that terrorism has divided societies. Terrorism has created a lot of issues around the world. So we need to remain united to fight this scourge. That's the message I would like to give you and give to everyone on this occasion. It's the 41st anniversary of this Remembrance Day. जी, आज 41st एनिवर्सरी पे जब आप यहाँ आए, परिवारों से मिले, उन परिवारों से जिन्होंने अपने लव्ड वंस को खोया है, क्या महसूस कर रहे हैं आप? मुझे बड़ा एक तरह से दुख है इस घटना को लेके, और वो यादें इनसे मिलके, जो भी यहाँ परिवारजन हैं उनसे मिलके वो यादें फिर से एक बार जहन में आती हैं कि किस तरह से इस घटना को अंजाम दिया गया। उनके जो लव्ड वंस थे उन्होंने अपनों को खोया, जो भी परिवारजन थे उनको खोया, और वो जो लॉस है वो तो कभी पूरा किया नहीं जा सकता। लेकिन हमें ये याद रखना होगा कि हम इस समस्या से कैसे आगे लड़ाई लड़ें और कोशिश करें कि इस तरह की समस्या और इस तरह की घटनाएं फिर से नहीं हो। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਇਹਨਾਂ ਕਿਹਾ ਕਿ 에ਅਰ ਇੰਡੀਆ 182 ਦੀ ਤਰਾਸਦੀ ਸਿਰਫ ਇੱਕ ਹਵਾਈ ਹਾਦਸਾ ਹੀ ਨਹੀਂ, ਸਗੋਂ ਅੱਤਵਾਦ ਦੀ ਇੱਕ ਭਿਆਨਕ ਕਾਰਵਾਈ ਸੀ, ਜਿਸ ਨੇ ਸੈਂਕੜੇ ਪਰਿਵਾਰਾਂ ਨੂੰ ਸਦੀਵੀ ਦਰਦ ਦਿੱਤਾ। ਉਹਨਾਂ ਕਿਹਾ ਕਿ ਪੀੜਤਾਂ ਦੀ ਯਾਦ ਨੂੰ ਜਿਉਂਦਾ ਰੱਖਣਾ ਅਤੇ ਅੱਤਵਾਦ ਦੇ ਹਰ ਰੂਪ ਦਾ ਵਿਰੋਧ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। May we honor the victims not only in our words, but through our actions, by standing against hatred and violence, by fostering understanding and unity, and by working together to build a safer and more compassionate Canada. May the victims of Air India Flight 182 always be remembered, and may their families know that Canada remembers with them. As we stand here today, our first and foremost duty is to remember them. We remember each life lost. We remember the families whose life were changed forever. And we remember the pain, grief, and resilience that have endured across generations. To the families present here today, I wish to say that your loss is not forgotten. ਸਮਾਗਮ ਦੌਰਾਨ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਯਾਦ ਕਰਦਿਆਂ ਭਾਵੁਕ ਪਲ ਵੀ ਸਾਂਝੇ ਕੀਤੇ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਅਜਿਹੀਆਂ ਤਰਾਸਦੀਆਂ ਨੂੰ ਕਦੇ ਭੁਲਾਇਆ ਨਾ ਜਾਵੇ। मेरी छोटी बहन एक ही बहन थी मेरी, और उसका नाम शाला, वो थी फ्लाइट में। हर साल आना ज़रूरी है, और उसके जन्मदिन में भी आते हैं। लगता है जैसे कल ही हुआ। So this incident shaken not only Canada and India but the whole world. So whom did you lost in this incident? On this flight were both of my older sisters. Chandra was 21, Manju was 19. They were both University of Saskatchewan students. One was studying pharmacy and one was studying medicine. So we lost two very, bright children that would have had a great future in Canada and abroad. You cannot forget your loved ones. So on this Memorial Day, do you come here every day?
Every year we do come on the anniversary. I do come, a few times during the year as well, and it's really nice that we do have 4 memorials in Canada. This one here in Toronto was built in 2007, and we do have memorial sites that have been built in Ottawa, Montreal, as well as Vancouver. And really importantly to mention is in Ahakista, Ireland, they built a memorial in the year after the bombing. And so that memorial has been in place since 1986, and families still go there as well for annual memorial services. एकदम वो जैसे मेरी छोटी बहन थी, मेरी बेटी थी, मेरी सहेली थी, सब कुछ मेरे लिए वो ही थी। और हम सिर्फ 2 घर पे, दोनों बहनें, कोई और नहीं। तो उसका जाना काफ़ी अकेला महसूस हो गया है, और लेकिन अभी तक दिल से उससे बातें करती हूँ। I lost my mom's sister, Shyla Aurora. I don't remember her exactly because I was only about 8 months old when this happened, which is why it's been so important for me. My mom's always kept her memory alive through stories and pictures, and of course coming to the memorial site every year, and even going to Ireland for the 20th anniversary. So, my mom's really kept her memory alive, as well as everything that's gone on with this horrible event and the tragedy and the systems around it, and just looking for what can happen next after going through something like this, and realizing how we can be better and do better from it, and recognize the tragedies of the past, and give respect to those who have lost their lives. But at the end of the day, it's really about remembering the love that we got from our family members, and remembering the lives that they shared with us in happiness. Do you still remember that moment, that day when you got this news? Oh, absolutely. It's a day that's never going to be forgotten. I remember exactly where I was, what happened when the shocking news came that the plane had disappeared off the radar screens, and it was unclear if there was any survivors, and very quickly it became clear that no one was going to survive being bombed out of the air at 40,000 feet and landing in the Atlantic Ocean. But the Irish did the best they could on a recovery basis, and did manage to recover 132 bodies out of the 329. Would you like to share some beautiful memories of your sisters? I think, look, Canada and the world lost 2 people with tremendous potential, and there was a significant number of other people on that plane that had significant potential. And like I said, Chandra was very outgoing. She was 21, very sociable. She was in the 3rd year of her pharmacy program, and people loved being around her. She was always a very joyous person. And Manju was a little bit more quiet. She was 19, but even at the age of 19, she was already in 2nd year med school. She was very studious and very academically oriented, and would have done great things for the country and for humanity overall. 41 ਸਾਲ ਬਾਅਦ ਵੀ 에ਅਰ ਇੰਡੀਆ ਫਲਾਈਟ 182 ਦੇ ਪੀੜਤਾਂ ਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਇਹ ਸਮਾਗਮ ਨਾ ਸਿਰਫ ਸ਼ਰਧਾਂਜਲੀ ਦਾ ਮੌਕਾ ਸੀ, ਸਗੋਂ ਅੱਤਵਾਦ ਖਿਲਾਫ ਵਿਸ਼ਵ ਭਰ ਦੀ ਏਕਤਾ ਅਤੇ ਮਨੁੱਖਤਾ ਦੀ ਜਿੱਤ ਦਾ ਸੁਨੇਹਾ ਵੀ ਸੀ। ਕੈਮਰਾਮੈਨ ਮਨਿੰਦਰ ਜਸਲ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਟੋਰਾਂਟੋ, ਕੈਨੇਡਾ।